ਧੰਨ ਵਾਹਿਗੁਰੂ ਸਾਹਿਬ ਜੀ। ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ 'ਤੇ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਦੇ ਅਮੋਲਕ ਸਮੇਂ ਨੂੰ ਸਫਲਾ ਕਰ ਰਹੀ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਕੌਮ ਦਾ ਮਹਾਨ ਕਵੀਸ਼ਰ ਜਥਾ ਭਾਈ ਮਨਜੀਤ ਸਿੰਘ ਜੀ ਜੋਗਾ, ਉਹਨਾਂ ਨੇ ਬਹੁਤ ਹੀ ਵਿਸਥਾਰ ਦੇ ਵਿੱਚ ਆਪ ਸੰਗਤ ਦੇ ਨਾਲ ਪੰਥ ਦੀ ਸਾਜਨਾ ਦਾ ਜੋ ਇਤਿਹਾਸ ਹੈ ਉਹ ਸਾਂਝਾ ਕਰਨਾ ਕੀਤਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਖਾਲਸਾ ਪੰਥ ਦੀ ਸਾਜਨਾ ਕੀਤੀ, ਜਿਹਨੂੰ ਅਸੀਂ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਦਰਸ਼ਨ ਕਰਦੇ ਹਾਂ। ਸਾਧ ਸੰਗਤ, ਇਹ ਅਸਲ ਦੇ ਵਿੱਚ ਕੇਵਲ ਪੰਜ ਪਿਆਰੇ, ਪੰਜ ਨਾਮ ਨਹੀਂ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜੋ ਪੰਜ ਪਿਆਰੇ ਸਾਜੇ ਹਨ, ਇਹ ਪੰਜ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ, ਇਹ ਕੇਵਲ ਨਾਮ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਿੱਖ ਦੇ ਜੀਵਨ ਦੀ ਘਾੜਤ ਕੱਢਣਾ ਕੀਤੀ ਹੈ ਕਿ ਸਿੱਖ ਦੇ ਜੀਵਨ ਦੇ ਵਿੱਚ ਗੁਣ ਕੈਸੇ ਹੋਣੇ ਚਾਹੀਦੇ ਨੇ, ਸਿੱਖ ਹੋਵੇ ਤਾਂ ਹੋਵੇ ਕਿਵੇਂ ਦਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਇਹ ਜੀਵਨ ਜਾਤ ਸਿਖਾਉਣਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਿੱਖ ਦਾ ਜੀਵਨ ਜਿਹੜਾ ਹੈ, ਪਹਿਲੀ ਤਾਂ ਗੱਲ ਕਿ ਸਿੱਖ ਦੇ ਜੀਵਨ ਦੇ ਵਿੱਚ ਦਇਆ ਦਾ ਜਿਹੜਾ ਗੁਣ ਹੈ ਉਹ ਬਹੁਤ ਜ਼ਰੂਰੀ ਹੈ। ਪੰਡਤ ਗੁਲਾਬ ਸਿੰਘ ਜੀ ਵਿਦਵਾਨ ਹੋਏ ਨੇ ਨਿਰਮਲੇ, ਉਹ ਆਖਦੇ ਨੇ ਕਿ ਦਇਆ ਦਾਨ ਕਰ ਧਰਮ ਵਧੇ, ਨਿਤ ਧਰਮ ਕ੍ਰੋਧ ਸੰਗ ਹੋਤ ਵਿਭੰਗਾ। ਉਹ ਕਹਿੰਦੇ ਨੇ ਦਇਆ ਦੇ ਕਰਕੇ ਹੀ ਧਰਮ ਦੇ ਵਿੱਚ ਵਾਧਾ ਹੁੰਦਾ ਹੈ, ਤੇ ਜਿਸ ਦੇ ਜੀਵਨ ਦੇ ਵਿੱਚ ਕ੍ਰੋਧ ਹੋਵੇ, ਪੰਡਤ ਗੁਲਾਬ ਸਿੰਘ ਜੀ ਆਖਦੇ ਨੇ, ਕਹਿੰਦੇ ਉਹ ਆਪਣੇ ਅੰਦਰ ਪਲਦੇ ਹੋਏ ਧਰਮ ਦਾ ਜਿਹੜਾ ਹੈ ਉਹ ਨਾਸ਼ ਕਰ ਦਿੰਦਾ ਹੈ। ਤੇ ਜੇਕਰ ਬਾਣੀ ਦੇ ਵਿੱਚੋਂ ਇਹ ਦਰਸ਼ਨ ਕਰਨੇ ਹੋਵਣ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਖਦੇ ਨੇ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਮਹਾਰਾਜ ਕਹਿੰਦੇ ਨੇ ਜਿਹੜਾ ਧੌਲ ਧਰਮ ਜਿਹਦੇ ਉੱਪਰ ਇਹ ਧਰਤੀ ਖਲੋਤੀ ਏ, ਕਹਿੰਦੇ ਉਹ ਧਰਮ ਦਾ ਜਿਹੜਾ ਪਿਤਾ ਹੈ ਜਾਂ ਧਰਮ ਜਿੱਥੋਂ ਪੈਦਾ ਹੋਇਆ ਹੈ ਉਹ ਦਇਆ ਦੇ ਵਿੱਚੋਂ ਪੈਦਾ ਹੋਇਆ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ 30 ਮਾਰਚ 1699 ਦੀ ਵਿਸਾਖੀ ਤੇ ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕੀਤਾ, ਤੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲੀ ਆਵਾਜ਼ ਦਿੱਤੀ ਕਿ ਹੈ ਕੋਈ ਸਿੱਖਾ ਬੇਟਾ ਜੋ ਸੀਸ ਕਰੇ ਬੇਟਾ, ਤੇ ਜਿਹੜਾ ਪਹਿਲਾ ਸੀਸ ਭੇਟ ਕਰਨ ਵਾਲਾ ਹੈ ਉਹ ਭਾਈ ਦਇਆ ਸਿੰਘ ਜੀ ਲਾਹੌਰ ਦੇ ਰਹਿਣ ਵਾਲੇ, ਜਿਹਨੂੰ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਲਾਹੌਰ ਦੇ ਵਿੱਚ ਕੇਵਲ ਜ਼ਹਿਰ ਤੇ ਕਹਿਰ ਸੀ। ਮਹਾਰਾਜ ਕਹਿੰਦੇ ਜਿੱਥੇ ਕਹਿਰ ਵਰਤਦਾ ਸੀ ਉੱਥੋਂ ਦਇਆ ਚੱਲ ਕੇ ਆ ਗਈ। ਜੇਕਰ ਸਤਿਗੁਰੂ ਮਹਾਰਾਜ ਕਹਿੰਦੇ ਕੱਲੀ ਦਇਆ ਵੀ ਨਹੀਂ ਚਾਹੀਦੀ, ਦਇਆ ਦੇ ਨਾਲ ਧਰਮ ਵੀ ਜ਼ਰੂਰੀ ਹੈ, ਕਿਉਂਕਿ ਜਿਹੜਾ ਇਨਸਾਨ ਧਰਮ ਦੇ ਦਾਇਰੇ ਦੇ ਵਿੱਚ ਬਚਿਆ ਏ ਉਹ ਸਮਾਜ ਦੇ ਚੰਗੇ ਸਮਾਜ ਦੀ ਉਹ ਸਿਰਜਣਾ ਹਮੇਸ਼ਾ ਕਰਦਾ ਹੈ।
ਤੇ ਸਤਿਗੁਰੂ ਮਹਾਰਾਜ ਨੇ ਭਾਈ ਧਰਮ ਸਿੰਘ ਨੂੰ ਪੁੱਛਿਆ ਸੀ ਕਿੱਥੋਂ ਆਏ। ਹਾਲਾਂਕਿ ਹਸਤਨਾਪੁਰ ਪਰ ਦਿੱਲੀ ਸ਼ਬਦ ਵਰਤਦੇ ਆ। ਕਹਿੰਦੇ ਉਹ ਦਿੱਲੀ ਜਿੱਥੇ ਸਾਡੇ ਪਿਤਾ ਦੀ ਧਰਮ ਦੇ ਰੱਖਿਅਕ ਬਣ ਕੇ ਸੀਸ ਭੇਟ ਕੀਤਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਧਰਮ ਉੱਥੋਂ ਚੱਲ ਕੇ ਆਇਆ ਜਿੱਥੋਂ ਧਰਮ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਸੀ, ਹੁਣ ਧਰਮ ਕਦੀ ਖਤਮ ਨਹੀਂ ਹੋਏਗਾ। ਇਹ ਸਿੱਖ ਦੇ ਵਿੱਚ ਦੂਸਰਾ ਗੁਣ ਆ। ਪਹਿਲਾ ਗੁਣ ਸਾਧ ਸੰਗਤ ਕਿ ਸਿੱਖ ਦੇ ਵਿੱਚ ਦਇਆ ਹੋਣੀ ਜ਼ਰੂਰੀ ਹੈ। ਦੂਸਰਾ ਗੁਣ ਜਿਹੜਾ ਹੈ ਉਹ ਸਿੱਖ ਧਰਮੀ ਜ਼ਰੂਰ ਹੋਵੇ। ਤੇ ਤੀਸਰਾ ਗੁਣ ਹੈ ਸਿੱਖ ਜਿਹੜਾ ਹੈ ਉਹ ਹਿੰਮਤੀ ਹੋਣਾ ਚਾਹੀਦਾ ਹੈ। ਭਾਈ ਹਿੰਮਤ ਸਿੰਘ ਜਗਨਨਾਥਪੁਰੀ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਉਦਾਸੀਆਂ ਦੇ ਦੌਰਾਨ ਗਏ ਤੇ ਸਤਿਗੁਰੂ ਮਹਾਰਾਜ ਜੀ ਨੇ ਜਾ ਕੇ ਦੇਖਿਆ ਕਿ ਪਾਂਡੇ ਇੱਕ ਦੇਵਤੇ ਦੀ ਮੂਰਤੀ ਜਿਹਨੂੰ ਜਗਨਨਾਥ ਆਖਦੇ ਨੇ, ਉਸ ਦੀ ਮੂਰਤੀ ਦੇ ਸਾਹਮਣੇ ਥਾਲੀ ਦੇ ਵਿੱਚ ਕੁਝ ਦੀਵੇ ਜਗਾ ਕੇ ਧੂਪ ਬੱਤੀ ਜਗਾ ਕੇ ਚੌਰ ਫੜ ਕੇ ਆਰਤੀ ਉਤਾਰਦੇ ਪਏ ਨੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਭਲਿਓ ਇਹ ਕੀ ਕਰਦੇ ਹੋ। ਕਹਿਣ ਲੱਗੇ ਅਸੀਂ ਰੱਬ ਦੀ ਭਗਵਾਨ ਦੀ ਆਰਤੀ ਉਤਾਰਦੇ ਪਏ ਆ, ਅਸੀਂ ਜਗਤ ਦੇ ਨਾਥ ਦੀ ਆਰਤੀ ਉਤਾਰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਗਤ ਦਾ ਮਾਲਕ ਤੇ ਬਹੁਤ ਵੱਡਾ ਹੈ, ਪਰ ਤੁਹਾਡੀ ਇਸ ਛੋਟੀ ਦੀ ਥਾਲੀ ਦੇ ਨਾਲ ਉਸ ਮਾਲਕ ਦੀ ਆਰਤੀ ਕਿਵੇਂ ਹੋ ਸਕਦੀ ਹੈ। ਕਹਿੰਦੇ ਫਿਰ ਤੁਸੀਂ ਦੱਸੋ ਕਿ ਉਸ ਮਾਲਕ ਦੀ ਆਰਤੀ ਕਿਵੇਂ ਹੋਵੇ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ, ਗगन में थाल रव चंद दीपक बने, तारका मंडल जनक मोती धूप मलियान लो पवन चवरो करे, सगल बन राए फुलंत ज्योति। सतगुरु महाराज कहते सिख के जीवन के विच हिम्मत का गुण जरूर होवे। उस तो अगे सतगुरु महाराज ने मोहकम शब्द जिहड़ा है भाई मोहकम सिंह के नाल सिख के जीवन विच आउंदा है। भाई मोहकम सिंह जिहड़े सन वो द्वारका के रहने वाले सी। जिस दिन श्री कृष्ण जी का युद्ध जिहड़ा सी वो जरासंध दे नाल हुंदा पिया है ते श्री कृष्ण मैदाने जंग नूं छड्ड के उथों दौड़ गए एक थां ते जाके लुके जिथे अज मंदिर बनिया है रणछोड़ मंदिर। अज भी तुसीं द्वारका दे विच जाओ, उस द्वारका नगरी दे विच एक मंदिर है जिंदा नाम है रणछोड़। रण नूं मैदान नूं छड्ड के भज्जण वाले दा मंदिर। पर सतगुरु महाराज कहते मैं ऐसा सिख बनावांगा कि जिहड़ा लखां दी गिनती दे नाल ते लड़ सकदा है पर कदी भी मैदाने जंग नूं छड्ड के नहीं दौड़ेगा। सूरा सो पहचानी है जो लरे दीन के हेत पुरजा पुरजा कट मरे, कबू न छाड़े खेत। सतगुरु महाराज पातशाह कहते ने मैं ऐसा सिख बना जाना है कि जेड़ा 1.25 लाख दे नाल एक लड़ जाएगा, चिड़ियों से मैं बाज तुड़ाऊं तबे गोबिंद सिंह नाम कहाऊं। सतगुरु सच्चे पातशाह महाराज कहते ने मेरा सिख कदी मैदान छड्ड के नहीं भज सकदा, भावें वो चमकौर की गढ़ी होवे, भावें वो गुरदास नंगल की गढ़ी होवे, भावें वो सारा गढ़ी होवे, भावें जंग का कोई भी मैदान होवे, भावें 2 जाने बाबा बोता सिंह ते भावें गर्जा सिंह वर्गे होवन जेड़े कहणगे कि खालसा राज लागू हो गया, कदी मैदान नूं छड्ड के नहीं भजदे, भावें डंडियां दे नाल ही जालमां नाल युद्ध करना पिया। सतगुरु महाराज कहते इस सिख का पहला गुण है दया होनी जरूरी है। दूसरा गुण है सिख धर्मी होना जरूरी है। धर्म दे नाल धर्म तां ही वधदा फुलदा है जेकर अंदर हिम्मत होवे। जिस दे अंदर आलस होवेगा वो धर्म कदी भी अपने अंदर प्रफुल्लत नहीं कर सकता, क्योंकि धर्म वास्ते तो महाराज कहते ना उद्यम करेंदियां जियो तू। सतगुरु सच्चे पातशाह महाराज कहते ने अमृत वेले उठना पैंदा है ना, ये भी तो उद्यम है ना। सतगुरु सच्चे पातशाह महाराज कहते ने कि जेड़ा इंसान गुर सतगुरु का जो सिख अखाए सो भलके उठार, नाम ध्यावे उद्यम करे भलके प्रभाती इशनान करे अमृतसर नहावे। जेड़ा उद्यम करदा पिया है सतगुरु महाराज कहते धर्म ते उहदे अंदर वधेगा ना। फिर चौथा गुण महाराज जी ने कहा कि वो डरन वाला ना होवे, हिम्मती होवे, उन्होंने मौत का डर ना सतावे। जिन्हों सतगुरु महाराज कहते ने जो तो प्रेम खेलन का चाओ। महाराज कहते ये खेड जेड़ी अज मैं रचन लग्या वा ये खेड आम खेड नहीं, ये प्रेम की खेड आ। इनू ओही खेड सकदा जिंदे अंदर मरन का चाह पैदा होवे। ते सतगुरु महाराज जी उन्होंने क्या कहन लगे, जो तो प्रेम खेलन का चाहो, सिर तर तली गली मेरी आओ, इत मार्ग पैर तरीजै सिर दीजै, कान ना कीजे जे सिर देन की लोड़ पै जाए तो फिर पिछां ना तके। सतगुरु महाराज कहते ने पहला मरण कबूल
जीवन की छड़ आस हो सबना की रेणुका। तो आओ हमारे पास ये मोहकम का गुण है। उस तो अगला गुण सतगुरु महाराज कहते ने सिख दे विच साहिब का गुण होना चाहिए है। हालांकि भाई साहिब सिंह जिहड़े ने वो बिदर तो आउंदे आ। बिदर जिहड़ा है वो श्री कृष्ण का एक सेवक होया, जिन्हों भाई गुरदास साहब जी अपनी वारां दे विच लिखते ने, राजन कौन तुम्हारे आवे ऐसो भाव बिदर को देखियो ओह गरीब मोहे भावे। वो गरीब सी, सेवक सी, पर कृष्ण ने उनका नाम जरूर शहर रख दिता, पर कृष्ण ने उन्होंने कभी भी अपने वर्गा दर्जा नहीं दिता। पर सतगुरु महाराज कहते ने कि मैं खालसे नूं ऐसा दर्जा दे के जाना कि खालसा मेरो रूप है खास, खालसे मैं हूँ करो निवास। सतगुरु महाराज कहते खालसा मेरो सज्जन सूरा, खालसा मेरो सतगुरु पूरा। गुरु गोबिंद सिंह महाराज कहते मैं शरीर हाँ, तो महाराज कहते इस शरीर दे विच जिहड़े सवास चलते पे ने वो खालसा है। सतगुरु महाराज कहते साहिब का गुण ये सिख दे विच जरूरी है। तो सतगुरु महाराज ने यह साहिब का गुण इसे करके दिता क्योंकि गुरु हरगोबिंद साहब महाराज जी के बचन सन। वो कहते सी इन गरीब सिखन को देओ पातशाही, जे याद करे हमरी गुरियाई। सिख आखदे सी जे सिखां नूं लाहौर के दरबार दे विचों नवाबियां आईयां ते सिखां ने आख्या कह लगे असी नवाबियां की करनियां, हम राखत हैं पातशाही दावा। वो कहते सानू तो गुरु गोबिंद सिंह महाराज पातशाह जी वो पातशाही दे के गए ने, असी कहते नवाबियां की करनियां ने। सिख किते भी रहे, कोई भी जीवन दे विच समा आए, सिख अपने आप नूं किसे दे अधीन ना समझे। सिख हमेशा ही अकाल पुरख दे अधीन आ, ते जिहड़ा अकाल पुरख दे अधीन हुंदा उहदे उत्ते किसे दूसरे दा हुक्म नहीं चलदा। सतगुरु सच्चे पातशाह महाराज उन्होंने जिथे पंजां नूं अमृत छकाया, देखो पंजां दी महानता है, पहले 5 प्यारे, फिर 5 मुक्ते, फिर 5 बाणियां, फिर देखो जेड़ा जिस दे विच अमृत छकाउणा है वो बाटा सरबलो दा, दूसरा जल पाया गया, तीसरा पतासे पाए गए, चौथा खंडा विच फेरिया गया, ते पंजवां गुरु गोबिंद सिंह महाराज आप विच बाणी पढ़दा पिया है। ये पंजां दी महानता है। पंच प्रवान पंच प्रधान पंचे पावे, दरगे मान पंचे सोह हैं, दर राजान पंचा का गुर एक ध्यान। ते महाराज अमृत छकाउंदियां होइयां 17 वार सिख फतेह बुलाउंदा जदों अमृत छकदा है। पहली वारी फतेह उदों बुलाउंदा जदों सन्मुख हो के खड़दा है, जदों 5 चूले जदों छकदा है उदों हर वार फतेह बुलाउंदा है। 5 चूले नेत्रां 'च पैंदे ने फिर फतेह बुलाउंदा है। 5 चूले जदों सीस विच पाए जांदे ने उदों सिख फतेह बुलाउंदा है। तो जो अमृत छक लैंदा फिर खड़ा होकर संगत वाले तक करके वो फतेह बुलाउंदा है। 17 वार इको सिख इक्के दिन दे विच जिदन अमृत छकदा है उदन फतेह बुलाउंदा है। सतगुरु सच्चे पातशाह महाराज पंजां नूं अमृत छकाया। सतगुरु महाराज पातशाह जी ने जो अमृत छकाया उस तो बाद विच सतगुरु गुरु गोबिंद सिंह महाराज जी ने जो इतिहास दे विच बचन ने, कवि संतोख सिंह जी लिखते ने, वो कहते हैं कि गुरु खालसा खालसा गुरु करो में अब, जैसे गुरु नानक गुरु अंगद को कीन्यो। कहते ने गुरु खालसा खालसा गुरु करो में अब। पहला मैं खालसे का गुरु सा जो मैं अमृत छकाउंदा पिया सी, हुण जो खालसा मैनू अमृत छकाएगा तो खालसा मेरा गुरु बन जाएगा। वाहो वाहो गोबिंद सिंह आपे गुर चेला। तो सतगुरु महाराज उत्थे आखदे पे ने सिखां नूं कहण लगे खालसा गुरु गुरु खालसा करो में अब, जैसे गुरु नानक जी गुरु अंगद को कीन्यो। शंक ना कीजे सावधान होए दीजे, अमृत छकाओ मोहे जैसे तुम लीन्यो। गुरु नानक देव सच्चे पातशाह महाराज जिन्हां ने 4 उदासियां कीतियां, पूरी दुनिया का उन्होंने भरमन कर दिता। बड़े लोगों ने यतन किया कि गुरु नानक नूं झुका सकीए, पर गुरु नानक देव महाराज किसी अगे नहीं झुके। बड़िया ने यतन किया, भावें बली कंधारी से, भावें बहुत वड्डे शासक आए, महाराजे आए, जेलों च सतगुरु महाराज जी नूं बंद भी किया, पर गुरु नानक देव महाराज किसी अगे झुके नहीं। तो जिदन सतगुरु महाराज झुकते ने अपनी मर्जी के नाल अपने ही सेवक
ਭਾਈ ਲਹਿਣੇ ਦੇ ਅੱਗੇ ਸੀਸ ਭੇਟ ਕਰ ਦਿੱਤਾ ਤੇ ਕਿਹਾ ਕਿ ਲਹਿਣਿਆ ਅੱਜ ਤੋਂ ਬਾਅਦ ਤੂੰ ਲਹਿਣਾ ਨਹੀਂ, ਅੱਜ ਤੋਂ ਬਾਅਦ ਤੂੰ ਗੁਰੂ ਅੰਗਦ ਹੈ, ਗੁਰੂ ਨਾਨਕ ਦਾ ਦੂਸਰਾ ਸਰੀਰ ਹੈ। ਗੁਰੂ ਨਾਨਕ ਦੀ ਜੋਤ ਤੇਰੇ ਵਿੱਚ ਵਰਤੇਗੀ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਸ ਦਿਨ ਮਹਾਰਾਜ ਨੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਈ ਤੇ ਉਸ ਦਿਨ ਭਾਈ ਗੁਰਦਾਸ ਸਾਹਿਬ ਜੀ ਦੂਸਰੇ ਜਿਹੜੇ ਨੇ, ਇੱਕ ਭਾਈ ਗੁਰਦਾਸ ਸਾਹਿਬ ਜੀ ਪਹਿਲਾਂ ਹੋਏ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰਿਸ਼ਤੇ ਦੇ ਵਿੱਚ ਮਾਮਾ ਜੀ ਲੱਗਦੇ ਨੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਸ ਵੇਲੇ ਸੰਪਾਦਨਾ ਕੀਤੀ ਤੇ ਉਸ ਵੇਲੇ ਲਿਖਾਰੀ ਦਾ ਕੰਮ ਉਹਨਾਂ ਨੇ ਕੀਤਾ। ਇਹ ਦੂਸਰੇ ਭਾਈ ਗੁਰਦਾਸ ਸਾਹਿਬ ਜੀ ਹੋਏ ਨੇ ਜਿਨ੍ਹਾਂ ਨੇ ਇਹ 41ਵੀਂ ਵਾਰ ਲਿਖੀ ਹੈ, ਜਿੰਦੇ ਵਿੱਚ ਉਹਨਾਂ ਲਿਖਿਆ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹਨਾਂ ਨੇ ਕਹਿ ਦਿੱਤਾ, ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਧੰਨ ਹੋ, ਤੁਹਾਡੇ ਵਰਗਾ ਸੰਸਾਰ ਦੇ ਉੱਤੇ ਰਹਿਬਰ ਕੋਈ ਨਹੀਂ ਹੋਣਾ। ਤੁਹਾਡੇ ਵਰਗਾ ਕੌਣ ਹੋ ਸਕਦਾ ਹੈ ਜਿਹੜਾ ਆਪੇ ਗੁਰੂ ਬਣਿਆ ਹੋਵੇ ਤੇ ਗੁਰੂ ਬਣ ਤੋਂ ਬਾਅਦ ਵਿੱਚ ਆਪ ਹੱਥ ਅੱਗੇ ਕਰਕੇ ਆਖੇ ਕਿ ਮੈਂ ਤੁਹਾਡਾ ਚੇਲਾ ਬਣਨ ਨੂੰ ਤਿਆਰ ਹਾਂ। ਅੰਮ੍ਰਿਤ ਛਕਾਓ ਮੋਹੇ ਜੈਸੇ ਤੁਮ ਲੀਨਿਓ। ਸਤਿਗੁਰ ਮਹਾਰਾਜ ਜੀ ਨੇ ਉੱਥੇ ਬਾਣੀਆਂ ਦਸੀਆਂ, ਉੱਥੇ ਮਹਾਰਾਜ ਜੀ ਨੇ ਕੁਰੈਤਾਂ ਦਸੀਆਂ। 5 ਕਕਾਰ ਦੇ ਧਾਰਨੀ ਸਿੱਖ ਨੂੰ ਬਣਾਇਆ। ਸਭ ਤੋਂ ਪਹਿਲਾ ਕਕਾਰ ਜੀ ਕੇਸ। ਇਹ ਕੇਸ ਸਤਿਗੁਰ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਨੇ ਸਾਨੂੰ ਦਿੱਤੇ ਹੋਏ ਨੇ। ਜਦੋਂ ਅਸੀਂ ਜਨਮ ਸਾਡਾ ਹੁੰਦਾ ਹੈ ਨਾ, ਉਸ ਵੇਲੇ ਇਹ ਕੇਸ ਸਾਨੂੰ ਰੱਬ ਵੱਲੋਂ ਦੇ ਕੇ ਭੇਜਦਾ ਏ। 4 ਕਕਾਰ ਅਸੀਂ ਬਾਹਰੋਂ ਲੈਂਦੇ ਹਾਂ, 1 ਕਕਾਰ ਸਾਨੂੰ ਅਕਾਲ ਪੁਰਖ ਨੇ ਦੇ ਕੇ ਭੇਜਿਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹਨਾਂ ਦੀ ਸੰਭਾਲ ਕਰੀ। ਕੇਸ ਗੁਰੂ ਦੀ ਮੋਹਰ ਨੇ ਤੇ ਕੇਸਾਂ ਦਾ ਸਤਿਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨਾ ਕੀਤਾ ਕਿ ਜੇਕਰ ਚਮਕੌਰ ਦੀ ਗੜੀ ਛੱਡਣ ਲੱਗੇ ਤੇ ਜੋੜਾ ਉਤਾਰ ਦਿੱਤਾ ਕਿ ਸਿੱਖਾਂ ਦੇ ਕੇਸਾਂ ਨੂੰ ਸਾਡਾ ਜੋੜਾ ਨਾ ਲੱਗੇ। ਸਤਿਗੁਰ ਮਹਾਰਾਜ ਜੀ ਨੇ ਕੰਘਾ ਦਿੱਤਾ, ਕਹਿਣ ਲੱਗੇ ਜਿਵੇਂ ਕੇਸ ਕੰਘੇ ਦੇ ਨਾਲ ਵਾਹੀਦੇ ਆ ਨਾ ਤੇ ਜਿਹੜੇ ਮੁਰਦਾ ਹੋਏ ਕੇਸ ਬਾਹਰ ਆ ਜਾਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਵੇਂ ਮੁਰਦਾ ਖਿਆਲ, ਮੁਰਦਾ ਸੋਚ ਜਿਹੜੀ ਤੇਰੀ ਸੋਚਣੀ ਵਿੱਚ ਬੈਠੀ ਹੋਈ ਆ, ਇਹ ਜਿਵੇਂ ਕੰਘੇ ਨਾਲ ਕੇਸ ਬਾਹਰ ਕੱਢ ਦੇਣਾ ਹੈ ਮੁਰਦਾ, ਉਵੇਂ ਆਪਣੇ ਸਿਰ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਤ੍ਰਿਸ਼ਨਾ ਨੂੰ, ਝੂਠ ਨੂੰ, ਤੂੰ ਫਰੇਬ ਨੂੰ ਆਪਣੇ ਸਿਰ ਦੇ ਵਿੱਚੋਂ ਬਾਹਰ ਕੱਢ ਦੇ। ਸਤਿਗੁਰ ਮਹਾਰਾਜ ਜੀ ਨੇ ਕਿਰਪਾਨ ਦਿੱਤੀ। ਕਿਰਪਾਨ ਦਿੱਤੀ, ਤਲਵਾਰ ਨਹੀਂ ਦਿੱਤੀ, ਕਿਉਂਕਿ ਕਿਰਪਾਨ ਜਦੋਂ ਉੱਠੇਗੀ ਉਹ ਭਲੇ ਦੇ ਵਾਸਤੇ ਉੱਠੇਗੀ, ਉਹ ਮਜ਼ਲੂਮ ਦੀ ਰਾਖੀ ਕਰਨ ਵਾਸਤੇ ਉੱਠੇਗੀ। ਕੜਾ ਮਹਾਰਾਜ ਜੀ ਨੇ ਦਿੱਤਾ ਕਿ ਹੱਥਾਂ ਦੀ ਕਿਰਤ ਸੁੱਚੀ ਹੋਵੇ। ਮਹਾਰਾਜ ਨੇ ਕੜਾ ਇਸ ਕਰਕੇ ਦਿੱਤਾ ਕਿ ਜੇਕਰ ਗੁਨਾਹ ਕਰ ਲਗੇ ਤੇ ਇਹ ਕੜਾ ਤੈਨੂੰ ਚੇਤੇ ਕਰਾ ਦੇ ਕਿ ਤੂੰ ਗੁਨਾਹ ਨਹੀਂ ਕਰਨਾ। ਸਤਿਗੁਰ ਮਹਾਰਾਜ ਜੀ ਨੇ ਕਛਹਿਰੇ ਦੀ ਦਾਤ ਦਿੱਤੀ। ਮਹਾਰਾਜ ਨੇ ਕਿਹਾ ਕਿ ਇਹ ਜਤ ਸਤ ਦੀ ਨਿਸ਼ਾਨੀ, ਏਕਾ ਨਾਰੀ ਜਤੀ ਕਹਾਵੇ ਪਰ ਨਾਰੀ ਕੇ ਨੇੜ ਨਾ ਆਵੇ। ਤੇ ਸਤਿਗੁਰ ਮਹਾਰਾਜ ਜੀ ਇੱਕ ਬਚਨ ਲਿਖਦੇ ਨੇ ਆਪਣੀ ਹੀ ਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਨੇ ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ਪਿਤਾ ਇਹ ਪ੍ਰਣ ਤੋਹੇ ਜਬ ਕਟ ਪ੍ਰਾਨ ਹੈ ਥਾਰੇ ਪੂਤ ਇਹ ਪ੍ਰਣ ਤੋਹੇ ਜਬ ਕਟ ਪ੍ਰਾਨ ਹੈ ਥਾਰੇ ਨਿਜ ਨਾਰੀ ਸੰਗ ਨੇਹ ਤੁਮ ਨਿਤ ਬੜਾਈ ਹੋ ਪਰ ਨਾਰੀ ਕੀ ਸੇਦਪੁਰ ਸੁਪਨੇ ਪੀ ਨਾ ਜਈ ਹੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕੇਸ ਕਿੰਨੇ ਜ਼ਰੂਰੀ, ਸ਼ਸਤਰ ਕਿੰਨੇ ਜ਼ਰੂਰੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਿਨਾ ਸ਼ਸਤਰ ਕੇ ਸੰਗ ਨਰੰਗ ਪੇਟ ਜਾਨੋ ਗਹੋ ਕਾਨ ਤਾਕੇ ਕਿਤੇ ਲੈ ਸਿਧਾਨੋ ਜਹੀ ਮੋਰ ਆਗਿਆ ਸੁਨੋ ਹੈ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇਹੋ ਨਾ ਦਿਦਾਰੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਕਹਿੰਦੇ ਨੇ ਸਾਰਾ ਕੁਝ ਪ੍ਰਵਾਨ ਕੀਤਾ ਜਾ ਸਕਦਾ ਹੈ, ਪਰ ਸਿੱਖ ਕੇਸ ਰੱਖ ਲਏ ਤੇ ਕਹੇ ਮੈਂ ਕਿਰਪਾਨ ਨਹੀਂ ਪਾਉਣੀ, ਮੈਂ ਸ਼ਸਤਰ ਛੱਡ ਦੇਵਾਂ, ਮੈਂ ਕਕਾਰ ਨਾ ਪਹਿਨਾ, ਮੈਂ ਆਪਣੀ ਮਰਜ਼ੀ ਕਰ ਲਵਾਂ। ਮਹਾਰਾਜ ਕਹਿੰਦੇ ਆਪਣੀ ਮਰਜ਼ੀ ਕੋਈ ਨਹੀਂ, ਰਹਿਣੀ ਰਹੇ ਸੋਈ ਸਿੱਖ ਮੇਰਾ। ਸਤਿਗੁਰੂ ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀਂ। ਮਹਾਰਾਜ ਕਹਿੰਦੇ ਮੈਨੂੰ ਰਹਿਤ ਚੰਗੀ ਲੱਗਦੀ, ਰਹਿਤਵਾਨ ਸਿੱਖ ਚੰਗਾ ਲੱਗਦਾ ਏ। ਜਿਹੜਾ ਰਹਿਤ ਦੇ ਵਿੱਚ ਨਹੀਂ ਰਹਿੰਦਾ ਮਹਾਰਾਜ ਕਹਿੰਦੇ ਉਹ ਸਿੱਖ ਵੀ ਮੈਨੂੰ ਚੰਗਾ ਨਹੀਂ ਲੱਗਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਬਖਸ਼ਿਸ਼ਾਂ ਬਹੁਤ ਕੀਤੀਆਂ ਔਰ ਮਹਾਰਾਜ ਕਹਿੰਦੇ ਨੇ ਕਿ ਸਿੱਖ ਦੇ ਉੱਤੇ ਇੰਨੀ ਕੁ ਬਖਸ਼ਿਸ਼ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖਾਂ ਨੇ ਅੰਤਮ ਸਮੇਂ ਕਿਹਾ ਮਹਾਰਾਜ ਜੇ ਤੁਹਾਡੇ ਦਰਸ਼ਨ ਕਰਨੇ ਹੋਵਣ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੇਰਾ ਸਰੀਰ ਜਿਹੜਾ ਹੈ ਉਹ ਪੰਥ ਦੇ ਵਿੱਚ ਹੈ, ਮੇਰੀ ਆਤਮਾ ਜਿਹੜੀ ਹੈ ਉਹ ਗ੍ਰੰਥ ਦੇ ਵਿੱਚ ਹੈ, ਪੰਜਾਂ ਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖ ਕਹਿੰਦੇ ਨੇ ਕਿ ਮਹਾਰਾਜ ਜੇਕਰ 5 ਨਾ ਹੋਣ
जे पंज ना मिलन तो सच्चे पातशाह महाराज फिर की करिए। सतगुरु गुरु गोबिंद सिंह महाराज कहते एक सिख के दर्शन करियो तां भी मेरे दर्शन हो जाएंगे। तो सतगुरु महाराज जेकर एक सिख भी ना मिले, गुरु गोबिंद सिंह महाराज कहते फिर तैयार बर तैयार होयो, तैयार बर तैयार होके शीशे के सन्मुख होवे, तेनू अपने ही स्वरूप दे विचों मेरे दर्शन होणगे। गुरु गोबिंद सिंह सच्चे पातशाह महाराज जी ने पंथ साध करके ਜਿਹੜੇ ਨੀਵੇਂ ਸਨ, ਲਤਾੜੇ ਹੋਏ ਸਨ, ਜਿਨ੍ਹਾਂ ਨੂੰ ਲੋਕ ਨੀਵੀਆਂ ਜਾਤਾਂ ਦੇ ਆਖਦੇ ਸੀ, ਜਿਨ੍ਹਾਂ ਨੂੰ ਲੋਕ ਮੰਜੇ ਤੇ ਨਹੀਂ ਸੀ ਬਹਿਣ ਦਿੰਦੇ, ਜਿਨ੍ਹਾਂ ਨੂੰ ਲੋਕ ਦਲੀਜ ਨਹੀਂ ਸੀ ਲੰਘਣ ਦਿੰਦੇ, ਜਿਨ੍ਹਾਂ ਨੂੰ ਇਹ ਹੁਕਮ ਹੋਇਆ ਸੀ ਕਿ ਜਦੋਂ ਸੂਰਜ ਬਿਲਕੁਲ ਸਿਰ ਦੇ ਉੱਪਰ ਹੋਵੇ ਉਦੋਂ ਤੁਸੀਂ ਸਫ਼ਰ ਕਰਨਾ ਹੈ, ਜਿਨ੍ਹਾਂ ਨੂੰ ਇਹ ਹੁਕਮ ਸੀ ਕਿ ਹੱਥ ਦੇ ਵਿੱਚ ਟੱਲ ਲੈ ਕੇ ਲੰਘਿਆ ਕਰੋ ਤਾਂ ਕਿ ਤੁਹਾਡਾ ਪਰਛਾਵਾਂ ਕਿਸੇ ਉੱਚੀ ਜਾਤੀ ਵਾਲੇ ਦੇ ਨਾ ਪੈ ਜਾਇਆ ਕਰੇ, ਜਿਨ੍ਹਾਂ ਨੂੰ ਇਹ ਹੁਕਮ ਹੋਏ ਸੀ ਕਿ ਆਪਣੇ ਪਿੱਛੇ ਕੋਈ ਟਾਹਣੀ ਬੰਨ੍ਹ ਕੇ ਤੁਰਨਾ ਤਾਂ ਕਿ ਤੇਰੇ ਪੈਰਾਂ ਦੇ ਨਿਸ਼ਾਨ ਕਿਤੇ ਧਰਤੀ ਤੇ ਨਾ ਰਹਿ ਜਾਣ, ਕੋਈ ਪੰਡਤ ਕੋਈ ਜਿਹੜਾ ਖੱਤਰੀ ਜਾਤ ਦਾ ਉੱਚੀ ਜਾਤ ਵਾਲਾ ਉਹ ਲੰਘੇ ਤੇ ਉਹਦਾ ਜਿਹੜਾ ਜੀਵਨ ਨਾ ਪਿੱਟਿਆ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਗਰੀਬਾਂ ਨੂੰ, ਉਹਨਾਂ ਨਿਮਾਣਿਆਂ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਰੂਪ ਦੇ ਦਿੱਤਾ। सतगुरु सच्चे पातशाह महाराज जी ने कह दिता कि ये मेरा रूप है। तो महाराज कहते हैं कि खालसा मेरो रूप है खास, खालसे मैं हूँ करो निवास। महाराज का निवासा किथे? सच्चे पातशाह महाराज कहते मेरा निवास खालसे दे विच है। गुरु गोबिंद सिंह महाराज सच्चे पातशाह उन्होंने किसी ने बेनती की, महाराज बैठे ने तो एक गरीब सिख आ ते उनका नाम सी भाई जग्गा सिंह। भाई जग्गा सिंह बर्तनों की सेवा करता पाया तो किसी ने आके पूछ लिया, कह लगे महाराज जेडे अमीर अमीर लोग ने वो तुहाडे कोल आके बैठते ने ते ओ गरीब जेड़ा भाई जग्गा सिंह भांडियां की सेवा करी जाता जे, सच्चे पातशाह महाराज उनका उधार होवेगा कि नहीं होवेगा? गुरु गोबिंद सिंह महाराज जी ने एक पत्थर फड़ाया उस सिख नूं, क्या कि वो सामने घड़ा है तो उनदे विच जाके पत्थर पा दे। उन्हें जाके पत्थर पा दिता। गुरु गोबिंद सिंह सच्चे पातशाह महाराज जी ने एक पतासा दिता तो महाराज ने कहा यह पतासा भी उस घड़े दे विच जाके पा दे। उन्हें पतासा भी पा दिता। थोड़े समय बाद सतगुरु गुरु गोबिंद सिंह सच्चे पातशाह महाराज उन्होंने कहा सिख नूं, कहन लगे जाओ वो पत्थर कढ़ के लैके आओ। वो सिख गया, उन्हें जाके उस घड़े दे विचों पत्थर कढ़िया, लिया करके सतगुरु महाराज जी के सन्मुख रख दिता। महाराज ने पत्थर फड़िया। महाराज कहते हैं कि जा सिखा हुण उस ही घड़े दे विचों पतासा भी कढ़ के लैके आ। उन्हें जो पतासा कहा कढ़न वास्ते, कहता महाराज वो पतासा तो पानी दे विच घुल गया, वो किवें कढ़िया जा सकता है? सच्चे पातशाह महाराज कहते जेड़े गुरु दे नाल प्यार करते आ वो गुरु दे विच इवें समा दिंदे जिवें वो पतासा पानी दे विच घुल गया। हम देखो जो अमृत संचार होंदा है ना जी, उदों कोई पतासा वड्डा होंदा है, कोई छोटा होंदा है, वो बुक भर के सिंह एकदम पा दिंदे आ, पर जो खंडा विच फेरिया जांदा ना वड्डा रह जांदा ना छोटा रह जांदा, सारे जल का रूप हो जाते हैं। महाराज ने जल इस करके वरत्या क्योंकि बाणी विच लिखते ने ब्रह्म ज्ञानी निर्मल ते निर्मला जैसे मैल ना लागे जला। ब्रह्म ज्ञानी इन्ना निर्मल है उन्होंने मैल नहीं लग सकती। सच्चे पातशाह महाराज कहते हैं इस करके कि हे जीव तेनों मनुखा शरीर मिलिया है, मनुखा जन्म मिलिया है। जिंदगी दे विच असीं साध संगत जी सुख इकट्ठे कर सकते हैं तो सुख जिन्ने मर्जी इकट्ठे कर लीए, मुक्ति जिहड़ी है ना वो सतगुरु महाराज जी के हुक्म ते चलण तो बगैर नहीं प्राप्त हो सकती। गुरु अमरदास महाराज पातशाह जी फरमान करते हैं जे को गुर ते बेमुख होवै बिन सतगुर मुक्त ना पावै, पावे मुक्त ना होर थे कोई पुछो बबेकियां जाए, अनेक जुनी भरमे आवे बिन सतगुर मुक्त ना पाए, फिर मुक्त पाए लाग चरनी, सतगुरु शब्द सुनाए कहे नानक विचार देखो, बिन सतगुर मुक्त ना पाए। साध संगत समा सतगुरु महाराज जी ने सानू बख्शिया है कि यह समा सफला तां हो सकता है जेकर असी इस समय दे विच आ करके असी अपने जीवन नूं गुरु के दसे उपदेश के उत्ते चला लईए। सतगुरु महाराज पातशाह जी के बड़े प्यारे सिख होए भाई नंद लाल साहब जी,
उन्होंने बचन लिखिया, कहन लगे कि ये जिहड़ी सिक्खी है इहदे विच 5 कक्कियां दी बड़ी महानता है। सिक्खी दे विच 5 कक्कियां दी बड़ी महानता है। उन्होंने बचन लिखे, ए निशान सिक्खी ई 5 हरफ काफ, हरफ कहते ने अखर नूं ते काफ कहते ने कक्के नूं। फारसी दे विच कक्का जिहड़ा है वो काफ दे नाल लिखिया जाता है, असीं पंजाबी कक्का कहांगे, ते जिहड़ा अरबी फारसी विच उहनूं काफ शब्द वरतदे आ। सतगुरु महाराज जी दा सिख आखदा निशाने सिक्खी ई 5 हरफ काफ, हरगिज ना बाशद ई 5 माफ। किहड़े 5 ने? कड़ा, कारदो, कश, कंगा बिदा, बिना केस हेज अस्त जुमला निशान। कहन लगे कि एक कड़ा, कृपान, केस, कशहरा, कहते इन्हां 5 तो विचों एक भी ककार ऐसा नहीं कि जिन्हों तुसी कहो कि असी मर्जी दे नाल कहिए कि नहीं जी इहदी की लोड़ सी, आ की पाउण दी लोड़ सी। सच्चे पातशाह महाराज बख्शिश करन। अरदास करो जिन्हां ने अमृत पान किया है वो अरदास जरूर करया करो कि धन गुरु गोबिंद सिंह महाराज पातशाह जी साडी सिੱਖੀ निभ जाए। तो जिन्हां ने नहीं छकिया उन्होंने बेनती आ कि गुरु दे इस जहाज उत्ते चढ़ो। सतगुरु महाराज कृपा करन साडा जीवन सफला हो सके। महाराज ने साडे वल्ले वेख के आख्या से कि इन पुत्रन के शीस पर वार दिए सुतचार, 4 हुए तो क्या हुआ, जीवत कई हजार। गुरु कृपा करे सबना दा धन्नवाद। खालसा पंथ के साजना दिहाड़े दियाँ सारिया ही संगतां नूं लख लख वधाइयां। प्रबंधक सज्जना का धन्नवाद। बोलदियां होइयां बेअंत फुल्लां दी खिमा। पठानकोट शुक्र गुरु ग्रंथ साहिब महाराज सच्चे पातशाह जी का प्रधान जी सरदार कश्मीर सिंह जी, जथेदार सरदार केवल सिंह, स्टेट सैकटरी साहब जी का समुची संगत का हार्दिक तौर पर धन्नवाद। फतेह बुलाओ जी, आसीस बख्शो। वाहेगुरु जी का खालसा, वाहेगुरु जी की फतेह।